ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦੇ ਵਿੱਚ ਘਟਨਾਵਾਂ ਹੁੰਦੀਆਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ, ਪਰ ਕਈ ਵਾਰ ਇਹ ਅਲੌਕਿਕ ਘਟਨਾਵਾਂ ਇੰਨੀਆਂ ਪ੍ਰਤੱਖ ਹੋ ਜਾਂਦੀਆਂ ਹਨ ਕਿ ਨਾ ਚਾਹੁਣ ਵਾਲਿਆਂ ਨੂੰ ਵੀ ਮਜਬੂਰ ਮੰਨਣਾ ਪੈਂਦਾ ਹੈ। ਐਸੇ ਹੀ ਘਟਨਾ ਇੱਕ ਗੁਰਮਤਿ ਪਰਿਵਾਰ ਦੇ ਨਾਲ ਹੋਈ, ਜਿਸ ਦੀ ਗਵਾਹੀ ਡਾਕਟਰ ਅਤੇ ਅਖਬਾਰਾਂ ਵੀ ਭਰਨ ਦੇ ਲਈ ਮਜਬੂਰ ਹੋ ਗਈਆਂ। ਰਾਜਸਥਾਨ ਸਟੇਟ ਦੇ ਇੱਕ ਪਿੰਡ ਦੇ ਵਿੱਚ ਇੱਕ ਗੁਰਮੁਖ ਸਿੱਖ ਪਰਿਵਾਰ ਰਹਿੰਦਾ ਸੀ, ਜਿਸ ਦੇ ਵਿੱਚ ਹਰਭਜਨ ਸਿੰਘ ਜੀ, ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਮਾਤਾ ਪਿਤਾ ਸਨ। ਹਰਭਜਨ ਸਿੰਘ ਜੀ ਰਾਜਸਥਾਨ ਵਿੱਚ ਤਕੜਾ ਬਿਜ਼ਨਸ ਕਰਦੇ ਸਨ ਅਤੇ ਉਹਨਾਂ ਦੀ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ। ਹਰਭਜਨ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਹ ਇੱਕ ਅਬਨੋਰਮਲ ਬੱਚੀ ਹੋਵੇਗੀ ਜਾਂ ਉਸ ਬੱਚੀ ਵਿੱਚ ਕੋਈ ਕਮੀ ਹੋਵੇਗੀ। ਸਾਰਾ ਪਰਿਵਾਰ ਬਹੁਤ ਹੀ ਖੁਸ਼ ਸੀ ਤੇ ਉਹ ਬੱਚੀ ਸਾਰੇ ਪਰਿਵਾਰ ਦੀ ਲਾਡਲੀ ਬਣ ਗਈ। ਉਹ ਹਰ ਇੱਕ ਦਾ ਮਨ ਮੋਹ ਲੈਂਦੀ ਸੀ ਅਤੇ ਉਸ ਦੇ ਚਿਹਰੇ ਤੋਂ ਰੂਹਾਨੀਅਤ ਦੀ ਝਲਕ ਮਿਲਦੀ ਸੀ। ਪਰਿਵਾਰ ਦੇ ਸਾਰੇ ਮੈਂਬਰ ਉਸ ਨੂੰ ਲਾਡ ਕਰਦੇ ਅਤੇ ਚੁੱਕ ਕੇ ਖਿਡਾਉਂਦੇ ਸਨ। ਸਮਾਂ ਬੀਤਦਾ ਗਿਆ ਤੇ ਹੁਣ ਬੱਚੀ ਦੀ ਉਮਰ 4 ਸਾਲ ਦੀ ਹੋ ਚੁੱਕੀ ਸੀ। ਉਹ ਸਾਰਾ ਪਰਿਵਾਰ ਉਸ ਬੱਚੀ ਦੇ ਲਈ ਬਹੁਤ ਹੀ ਪਰੇਸ਼ਾਨ ਹੋਣ ਲੱਗਾ। ਜਦੋਂ ਫਿਰ ਹਰਭਜਨ ਸਿੰਘ ਦੀ ਲੜਕੀ 4 ਸਾਲਾਂ ਦੀ ਹੋਈ ਤਾਂ ਸਾਰਾ ਪਰਿਵਾਰ ਉਸ ਬੇਟੀ ਦੇ ਲਈ ਬਹੁਤ ਹੀ ਪਰੇਸ਼ਾਨ ਰਹਿਣ ਲੱਗਿਆ। ਪਰਿਵਾਰ ਦੀ ਪਰੇਸ਼ਾਨੀ ਦੀ ਗੱਲ ਇਹ ਸੀ ਕਿ ਬੱਚੀ 4 ਸਾਲਾਂ ਦੀ ਹੋ ਚੁੱਕੀ ਸੀ, ਪਰ ਉਹ ਕੁਝ ਵੀ ਨਹੀਂ ਬੋਲਦੀ ਸੀ। ਫਿਰ ਪਰਿਵਾਰ ਦੇ ਮੈਂਬਰਾਂ ਨੇ ਬੱਚੀ ਨੂੰ ਕਿਸੇ ਵੱਡੇ ਡਾਕਟਰ ਨੂੰ ਦਿਖਾਇਆ। ਬੱਚੀ ਦੇ ਸਾਰੇ ਟੈਸਟ ਕਰਵਾਏ ਗਏ ਅਤੇ ਜੋ ਗੱਲ ਬਾਹਰ ਨਿਕਲ ਕੇ ਆਈ, ਜੋ ਉਸ ਵੇਲੇ ਸੁਣਿਆ ਤਾਂ ਸੁਣ ਕੇ ਸਾਰਾ ਪਰਿਵਾਰ ਹੈਰਾਨੀ ਦੇ ਵਿੱਚ ਪੈ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦਾ ਨਾ ਬੋਲਣ ਦੇ ਪਿੱਛੇ ਇੱਕ ਕਾਰਨ ਹੈ ਕਿ ਬੱਚੀ ਸੁਣ ਵੀ ਨਹੀਂ ਸਕਦੀ। ਭਾਈ ਹਰਭਜਨ ਸਿੰਘ ਜੀ ਨੇ ਕਿਹਾ ਕਿ ਅਗਰ ਬੱਚੀ ਸੁਣ ਨਹੀਂ ਸਕਦੀ ਤਾਂ ਉਸ ਨੂੰ ਕੰਨ ਵਾਲੀ ਮਸ਼ੀਨ ਲਗਾ ਦਿਓ। ਜੇ ਡਾਕਟਰਾਂ ਨੇ ਜਵਾਬ ਦਿੱਤਾ ਕਿ ਉਸ ਦੀ ਸੁਣਨ ਦੀ ਸ਼ਮਤਾ ਪਿੱਛੋਂ ਹੀ ਨਹੀਂ ਹੈ, ਇਸ ਕਰਕੇ ਕਿਸੇ ਵੀ ਯੰਤਰ ਜਾਂ ਮਸ਼ੀਨ ਦੇ ਨਾਲ ਉਹ ਨਹੀਂ ਸੁਣ ਸਕਦੀ ਅਤੇ ਉਸ ਦੀ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ। ਜੇਕਰ ਡਾਕਟਰ ਨੇ ਉਸ ਦਾ ਇਲਾਜ ਤੋਂ ਇਨਕਾਰ ਕਰ ਦਿੱਤਾ ਤੇ ਡਾਕਟਰ ਨੇ ਕਿਹਾ ਕਿ ਇਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ, ਤੁਹਾਡੀ ਬੇਟੀ ਸਾਰੀ ਉਮਰ ਏਦਾਂ ਹੀ ਰਹੇਗੀ। ਡਾਕਟਰ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਬਹੁਤ ਹੀ ਦੁਖੀ ਹੋਇਆ ਅਤੇ ਨਿਰਾਸ਼ ਹੋ ਚੁੱਕਾ ਸੀ ਤੇ ਭਾਈ ਹਰਭਜਨ ਸਿੰਘ ਜੀ ਹਰ ਪਾਸਿਓਂ ਨਿਰਾਸ਼ ਹੋ ਕੇ ਬੇਟੀ ਨੂੰ ਘਰ ਲੈ ਆਏ। ਕਾਫੀ ਦਿਨਾਂ ਬਾਅਦ ਭਾਈ ਹਰਭਜਨ ਸਿੰਘ ਜੀ ਗੁਰਦੁਆਰੇ ਸਾਹਿਬ ਦੇ ਵਿੱਚ ਮੱਥਾ ਟੇਕਣਗੇ ਤੇ ਉਹ ਇੱਕ ਪਾਸੇ ਨਿਰਾਸ਼ ਹੋ ਕੇ ਬੈਠ ਗਏ। ਉੱਥੇ ਦੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ। ਭਾਈ ਸਾਹਿਬ ਨੇ ਗ੍ਰੰਥੀ ਜੀ ਨੂੰ ਸਾਰੀ ਗੱਲ ਦੱਸੀ। ਗ੍ਰੰਥੀ ਸਿੰਘ ਜੀ ਨੇ ਹਰਭਜਨ ਸਿੰਘ ਦੀ ਸਾਰੀ ਗੱਲ ਸੁਣ ਕੇ ਕਿਹਾ ਕਿ ਤੁਸੀਂ ਆਪਣੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਵਾਓ ਕਿ ਗੁਰੂ ਸਾਹਿਬ ਸਤਿਗੁਰੂ ਮਹਾਰਾਜ ਸਭ ਕੁਝ ਠੀਕ ਕਰ ਦੇਣਗੇ। ਹਰਭਜਨ ਸਿੰਘ ਜੀ ਨੇ ਇੰਜ ਹੀ ਕੀਤਾ, ਪਰ ਪਾਠ ਕਰਵਾਉਣ ਤੋਂ ਬਾਅਦ ਵੀ ਕੁਝ ਨਾ ਹੋਇਆ ਤੇ ਉਹ ਹੁਣ ਜੀਵਨ ਤੋਂ ਨਿਰਾਸ਼ ਹੋ ਚੁੱਕੇ ਸਨ ਤੇ ਉਹਨਾਂ ਦਾ ਧਿਆਨ ਆਪਣੇ ਕੰਮ 'ਚ ਵੀ ਨਹੀਂ ਲੱਗਦਾ ਸੀ। ਇੱਕ ਦਿਨ ਜਿਹੜੇ ਗ੍ਰੰਥੀ ਨੇ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਣ ਦੇ ਲਈ ਕਿਹਾ ਸੀ, ਉਹ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਮਿਲੇ ਤਾਂ ਗ੍ਰੰਥੀ ਸਿੰਘ ਹਰਭਜਨ ਸਿੰਘ ਜੀ ਨੂੰ ਪੁੱਛਣ ਲੱਗੇ ਕਿ ਹੁਣ ਆਪ ਜੀ ਦੀ ਬੇਟੀ ਕਿਵੇਂ ਹੈ। ਤਾਂ ਹਰਭਜਨ ਸਿੰਘ ਜੀ ਨੇ ਦੁਖੀ ਹੋ ਕੇ ਕਿਹਾ, ਖਾਲਸਾ ਜੀ, ਪਤਾ ਨਹੀਂ ਸਾਡੇ ਨਾਲ ਕੀ ਹੋ ਰਿਹਾ ਹੈ, ਸਾਡੀ ਬੇਟੀ ਹਜੇ ਤੱਕ ਵੀ ਬੋਲਣ ਨਹੀਂ ਲੱਗੀ। ਹਰਭਜਨ ਸਿੰਘ ਜੀ ਕਹਿਣ ਲੱਗੇ, ਸਾਰਾ ਪਰਿਵਾਰ ਬਹੁਤ ਚਿੰਤਾ ਦੇ ਵਿੱਚ ਹੈ ਤੇ ਹਰਭਜਨ ਸਿੰਘ ਜੀ ਗ੍ਰੰਥੀ ਸਿੰਘ ਜੀ ਦੇ ਕੋਲ ਰੋਣ ਲੱਗ ਪਏ। ਇੱਕਦਮ ਗ੍ਰੰਥੀ ਜੀ ਨੇ ਕਿਹਾ, ਜਿਹੜਾ ਕੰਮ ਕਿਸੇ ਦੇ ਦਰ ਤੇ ਨਾ ਹੋਵੇ, ਜਿਹੜਾ ਕੰਮ ਕਿਤੇ ਵੀ ਨਾ ਹੋਵੇ, ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਪ੍ਰਤੱਖ ਹੁੰਦੇ ਦੇਖੇ ਹਨ। ਗੁਰੂ ਰਾਮਦਾਸ ਜੀ ਦਾ ਅਜਿਹਾ ਦਰ ਹੈ ਜਿੱਥੇ ਦੁਖੀਆਂ ਦੇ ਦੁੱਖ, ਸਾਰੇ ਰੋਗ ਦੂਰ ਹੁੰਦੇ ਹਨ। ਉਹ ਕਹਿਣ ਲੱਗੇ, ਭਾਈ ਹਰਭਜਨ ਸਿੰਘ ਜੀ, ਤੁਸੀਂ ਬੇਟੀ ਨੂੰ ਲੈ ਕੇ ਦਰਬਾਰ ਸਾਹਿਬ ਜਾਓ ਅਤੇ ਉੱਥੇ ਜਾ ਕੇ ਬੇਟੀ ਨੂੰ ਇਸ਼ਨਾਨ ਕਰਵਾ ਕੇ ਪਰਿਕਰਮਾ ਦੇ ਵਿੱਚ ਬੈਠ ਕੇ ਬੇਟੀ
ਬੇਟੀ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਅਤੇ ਜਦੋਂ ਤੱਕ ਪਾਠ ਖਤਮ ਨਾ ਹੋਵੇ ਤੁਸੀਂ ਉੱਥੋਂ ਉੱਠਣਾ ਨਹੀਂ। ਪਾਠ ਸਮਾਪਤ ਕਰਕੇ ਹੀ ਉੱਥੋਂ ਉੱਠਣਾ ਹੈ ਤੇ ਫਿਰ ਗੁਰੂ ਚਰਨਾਂ ਦੇ ਵਿੱਚ ਬੇਟੀ ਦੀ ਅਰਦਾਸ ਬੇਨਤੀ ਕਰਨੀ ਹੈ। ਹਰਭਜਨ ਸਿੰਘ ਜੀ ਪਹਿਲਾਂ ਕਦੇ ਵੀ ਦਰਬਾਰ ਸਾਹਿਬ ਨਹੀਂ ਗਏ ਸਨ, ਪਰ ਉਹਨਾਂ ਦਾ ਗੁਰੂ ਚਰਨਾਂ ਦੇ ਨਾਲ ਬਹੁਤ ਪਿਆਰ ਸੀ। ਉਹ ਭਾਈ ਸਾਹਿਬ ਦਰਬਾਰ ਸਾਹਿਬ ਬੇਟੀ ਨੂੰ ਲੈ ਕੇ ਪਹੁੰਚ ਗਏ। ਜਿਵੇਂ ਗ੍ਰੰਥੀ ਸਿੰਘ ਜੀ ਨੇ ਦੱਸਿਆ ਸੀ, ਇੰਜ ਹੀ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਤੇ 2 ਵਜੇ ਬੇਟੀ ਨੂੰ ਇਸ਼ਨਾਨ ਕਰਵਾਇਆ ਤੇ ਫਿਰ ਆਪ ਇਸ਼ਨਾਨ ਕਰਕੇ ਫਿਰ ਉਹ ਪਰਿਕਰਮਾ ਦੇ ਵਿੱਚ ਬੈਠ ਗਏ ਅਤੇ ਆਪਣੀ ਬੇਟੀ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਤੇ ਬੇਟੀ ਸੁਣਦੀ ਰਹੀ। ਭਾਈ ਸਾਹਿਬ ਜੀ ਇਕਾਗਰ ਚਿੱਤ ਹੋ ਕੇ ਪਾਠ ਕਰਦੇ ਰਹੇ, ਬੇਟੀ ਨੂੰ ਵੀ ਤੱਕਦੇ ਰਹੇ। ਪਾਠ ਦੇ ਦੌਰਾਨ 1-2 ਵਾਰ ਭਾਈ ਸਾਹਿਬ ਜੀ ਦੀ ਬੇਟੀ ਨੇ ਆਂ ਦੀਆਂ ਆਵਾਜ਼ਾਂ ਕੀਤੀਆਂ ਤੇ ਜਿਵੇਂ ਬੱਚਾ ਕਰਦੇ ਹਨ ਉਵੇਂ ਹੀ ਕਰਦੀ ਰਹੀ, ਪਰ ਭਾਈ ਸਾਹਿਬ ਇਕਾਗਰਤ ਨਾਲ ਪਾਠ ਕਰਦੇ ਰਹੇ। ਫਿਰ ਪਾਠ ਕਰਨ ਦੇ ਵਿਚਕਾਰ ਗੁਰੂ ਘਰ ਦੇ ਵਿੱਚ ਸੇਵਾਦਾਰ ਸਫਾਈ ਕਰਨ ਦੇ ਲਈ ਸੰਗਤ ਨੂੰ ਪਰਿਕਰਮਾ ਦੇ ਵਿੱਚ ਉਠਾਉਣ ਲੱਗੇ ਅਤੇ ਫਰਸ਼ ਤੇ ਪਾਣੀ ਮਾਰ ਕੇ ਸਫਾਈ ਕਰਨ ਲੱਗੇ। ਉਹਨਾਂ ਨੇ ਭਾਈ ਸਾਹਿਬ ਨੂੰ ਉੱਠਣ ਦੇ ਲਈ ਕਿਹਾ, ਪਰ ਭਾਈ ਸਾਹਿਬ ਜੀ ਉਥੋਂ ਨਾ ਉੱਠੇ ਅਤੇ ਇਕਾਗਰ ਚਿੱਤ ਹੋ ਕੇ ਪਾਠ ਕਰਦੇ ਰਹੇ। ਭਾਈ ਸਾਹਿਬ ਜੀ ਨੇ ਸਾਰੇ ਕੱਪੜੇ ਪਾਣੀ ਦੇ ਨਾਲ ਗਿੱਲੇ ਹੋ ਗਏ, ਪਰ ਉਹਨਾਂ ਨੇ ਪਾਠ ਕਰਨਾ ਨਾ ਛੱਡਿਆ। ਉਹ ਪਾਠ ਕਰਦੇ ਕਰਦੇ ਬੇਟੀ ਵੱਲ ਦੇਖਦੇ ਰਹੇ ਕਿ ਕੋਈ ਚਮਤਕਾਰ ਹੋਵੇਗਾ, ਪਰ ਕੁਝ ਵੀ ਨਾ ਹੋਇਆ। ਫਿਰ ਭਾਈ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਗਿਆ। ਫਿਰ ਉਹਨਾਂ ਨੇ ਸੋਚਿਆ ਕਿ ਮੈਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਉਹਨਾਂ ਨੇ ਫਿਰ ਅਰਦਾਸ ਕੀਤੀ, ਪਰ ਫਿਰ ਵੀ ਉਹਨਾਂ ਦੀ ਬੱਚੀ ਨਹੀਂ ਬੋਲਣ ਲੱਗੀ ਤੇ ਫਿਰ ਉਹਨਾਂ ਨੇ ਸੋਚਿਆ ਕਿ ਮੈਨੂੰ ਅੰਦਰ ਜਾ ਕੇ ਬੱਚੀ ਦਾ ਮੱਥਾ ਟਿਕਾਉਣਾ ਚਾਹੀਦਾ ਹੈ ਤੇ ਫਿਰ ਉਹ ਅੰਦਰ ਜਾ ਕੇ ਬੱਚੀ ਨੂੰ ਮੱਥਾ ਟਿਕਾਇਆ, ਪਰ ਜਿਹੋ ਜਿਹਾ ਚਮਤਕਾਰ ਦੀ ਉਹਨਾਂ ਦੇ ਕਲਪਨਾ ਕੀਤੀ ਸੀ ਅਜਿਹਾ ਕੁਝ ਵੀ ਨਾ ਹੋਇਆ। ਇਹ ਸਭ ਕੁਝ ਦੇਖ ਕੇ ਭਾਈ ਹਰਭਜਨ ਸਿੰਘ ਜੀ ਬਹੁਤ ਨਿਰਾਸ਼ ਹੋ ਗਏ ਕਿ ਬੱਚੀ ਇੱਥੇ ਵੀ ਆ ਕੇ ਬੋਲਣ ਨਾ ਲੱਗੀ। ਫਿਰ ਭਾਈ ਹਰਭਜਨ ਸਿੰਘ ਜੀ ਵਾਪਿਸ ਰਾਜਸਥਾਨ ਆ ਗਏ। ਫਿਰ ਇੱਕ ਅਜਿਹੀ ਘਟਨਾ ਘਟੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਫਿਰ 6 ਮਹੀਨਿਆਂ ਬਾਅਦ ਉਹ ਬੱਚੀ ਥੋੜਾ ਬੋਲਣ ਲੱਗੀ। ਉਹਨੇ ਜੋ ਪਹਿਲਾ ਸ਼ਬਦ ਬੋਲਿਆ ਮੰਮੀ ਮੰਮੀ, ਸਾਰਾ ਪਰਿਵਾਰ ਹੈਰਾਨ ਰਹਿ ਗਿਆ। ਫਿਰ ਹਰਭਜਨ ਸਿੰਘ ਜੀ ਬੇਟੀ ਨੂੰ ਉਸੇ ਡਾਕਟਰ ਕੋਲ ਦਿਖਾਉਣ ਦੇ ਲਈ ਲੈ ਕੇ ਗਏ ਜੋ ਕਹਿੰਦੇ ਸੀ ਕਿ ਬੱਚੀ ਕਦੇ ਵੀ ਨਹੀਂ ਬੋਲੇਗੀ। ਡਾਕਟਰ ਨੇ ਚੈੱਕ ਕੀਤਾ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸਨੇ ਦੱਸਿਆ ਕਿ ਆਪ ਜੀ ਦੀ ਬੇਟੀ ਬਿਲਕੁਲ ਠੀਕ ਹੋ ਚੁੱਕੀ ਹੈ। ਉਹ ਕਹਿਣ ਲੱਗਿਆ ਕਿ ਇਹ ਕਿੰਜ ਹੋ ਗਿਆ। ਡਾਕਟਰ ਨੇ ਦੱਸਿਆ ਕਿ ਆਪ ਜੀ ਦੀ ਬੇਟੀ ਹੁਣ ਬੋਲਣ ਲੱਗੀ ਹੈ ਤਾਂ ਇਸ ਦਾ ਮਤਲਬ ਅੱਜ ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਠੀਕ ਹੋ ਚੁੱਕੀ ਸੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ ਰਿਪੋਰਟਾਂ ਦੇ ਵਿੱਚ ਪਹਿਲਾਂ ਸੀ ਉਸ ਦੇ ਬਿਲਕੁਲ ਉਲਟ ਰਿਪੋਰਟਾਂ ਦੇ ਵਿੱਚ ਹੁਣ ਆਇਆ ਹੈ ਤੇ ਇਸ ਦੇ ਕੰਨ ਬਿਲਕੁਲ ਠੀਕ ਹੋ ਚੁੱਕੇ ਹਨ। ਇਸ ਕਰਕੇ ਇਹ ਗੱਲਾਂ ਤੁਹਾਡੀਆਂ ਪਿਛਲੇ 6 ਮਹੀਨਿਆਂ ਤੋਂ ਸੁਣ ਰਹੀ ਹੈ। ਇਹ ਸਾਰੀ ਗੱਲ ਸੁਣ ਕੇ ਭਾਈ ਹਰਭਜਨ ਸਿੰਘ ਜੀ ਨੂੰ ਸਮਝ ਆ ਗਿਆ ਕਿ ਮੇਰੀ ਬੇਟੀ ਉਦੋਂ ਹੀ ਸਹੀ ਹੋ ਗਈ ਸੀ ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ ਤੇ ਉਹ ਫਿਰ ਆਪਣੀ ਬੇਟੀ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।